ਬੱਚੋ, ਅੱਜ ਅਸੀਂ ਪੰਜਾਬੀ ਗਿਆਨ ਸਰੋਵਰ ਵਿੱਚੋਂ ਲੇਖ ਕਰਾਂਗੇ ਮੇਰੇ ਜੀਵਨ ਦੀ ਸੁਖਦ ਘਟਨਾ ਜਾਂ ਕਸ਼ਮੀਰ ਦੀ ਸੈਰ। ਮੇਰੇ ਜੀਵਨ ਦੀ ਸੁਖਦ ਘਟਨਾ, ਇਸ ਵਿੱਚ ਤੁਸੀਂ ਕਿਸੇ ਵੀ ਸਥਾਨ ਦੀ ਘਟਨਾ ਦਾ ਜ਼ਿਕਰ ਕਰ ਸਕਦੇ ਹੋ, ਪਰ ਅੱਜ ਅਸੀਂ ਕਰਾਂਗੇ ਜਿਹੜਾ ਤੁਹਾਡੀ ਪੰਜਾਬੀ ਗਿਆਨ ਸਰੋਵਰ ਵਿੱਚੋਂ ਹੈ, ਕਿਸੇ ਵੀ ਕਸ਼ਮੀਰ ਦੀ। ਅਸੀਂ ਕਿਸ ਦੀ ਘਟਨਾ ਕਰਾਂਗੇ? ਕਸ਼ਮੀਰ ਦੀ। ਕਸ਼ਮੀਰ ਪ੍ਰਾਂਤ ਦੇ ਬਾਰੇ ਅੱਜ ਅਸੀਂ ਪੜ੍ਹਾਂਗੇ। ਪਿਆਰੇ ਬੱਚੋ, ਜਿਹੜਾ ਕਸ਼ਮੀਰ ਹੈ ਇਹ ਕਿਸ ਦਾ ਚਿੱਤਰ ਹੈ ਬੱਚੋ? ਕਸ਼ਮੀਰ ਦਾ ਚਿੱਤਰ ਹੈ। ਇਹ ਚਿੱਤਰ ਕਿਸ ਦਾ ਹੈ? ਕਸ਼ਮੀਰ ਦਾ। ਬੱਚੋ, ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਕਸ਼ਮੀਰ ਦੀਆਂ ਬਰਫੀਲੀਆਂ ਪਹਾੜੀਆਂ ਇਸ ਤਰ੍ਹਾਂ ਪ੍ਰਤੀਤ ਹੁੰਦੀਆਂ ਹਨ ਜਿਵੇਂ ਕਿ ਉਹ ਆਸਮਾਨ ਦੇ ਨਾਲ ਗੱਲਾਂ ਕਰ ਰਹੀਆਂ ਹੋਣ। ਕਸ਼ਮੀਰ ਇੰਨਾ ਸੋਹਣਾ ਹੈ, ਉਸ ਦੀ ਸੁੰਦਰਤਾ ਇੰਨੀ ਸੋਹਣੀ ਹੈ ਕਿ ਉਸ ਨੂੰ ਸਵਰਗ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਅੱਜ ਅਸੀਂ ਇਸ ਲੇਖ ਵਿੱਚ ਕਸ਼ਮੀਰ ਦੀ ਕਸ਼ਮੀਰ ਦੇ ਬਾਰੇ ਅਸੀਂ ਪੜ੍ਹਾਂਗੇ। ਇਸ ਕਸ਼ਮੀਰ ਦੀ ਸੈਰ ਲੇਖ ਦੇ ਰਾਹੀਂ ਸਾਨੂੰ ਪਤਾ ਚੱਲਦਾ ਹੈ ਕਿ ਕਸ਼ਮੀਰ ਵਿੱਚ ਕੀ ਹੈ ਅਤੇ ਉਸ ਵਿੱਚ ਕਿਹੜੇ ਥਾਂ ਦੇਖਣ ਯੋਗ ਹਨ। ਹੁਣ ਬੱਚੋ, ਅਸੀਂ ਲੇਖ ਸ਼ੁਰੂ ਕਰਨੀ ਹੈ। ਤੁਸੀਂ ਸਾਰੇ ਬੱਚੇ ਆਪਣੀ ਪੰਜਾਬੀ ਪਾਠ ਪੁਸਤਕ ਗਿਆਨ ਪੰਜਾਬੀ ਵਿਆਕਰਨ ਦਾ ਪੇਜ ਨੰਬਰ 144 ਨਿਕਾਲੋ। ਪੰਨਾ ਨੰਬਰ 144, ਪੇਜ ਨੰਬਰ 144। ਮੇਰੀ ਜੀਵਨ ਦੀ ਸੁਖਦ ਘਟਨਾ। ਸੁਖਦ ਘਟਨਾ ਹੁੰਦੀ ਹੈ ਬੱਚੋ ਜਿਹੜੀ ਸੁੱਖ ਵਾਲੀ ਘਟਨਾ ਹੁੰਦੀ, ਅਤੇ ਸੁੱਖ ਵਾਲੀ ਘਟਨਾ ਹਰ ਕੋਈ ਯਾਦ ਰੱਖਣਾ ਚਾਹੁੰਦਾ ਹੈ ਅਤੇ ਦੁੱਖ ਵਾਲੀ ਘਟਨਾ ਕੋਈ ਵੀ ਮਨੁੱਖ ਯਾਦ ਕਰਨਾ ਨਹੀਂ ਚਾਹੁੰਦਾ। ਸਭ ਤੋਂ ਪਹਿਲੇ ਬੱਚੋ, ਅਸੀਂ ਜਦੋਂ ਵੀ ਕੋਈ ਲੇਖ ਕਰਨਾ ਹੈ, ਅਸੀਂ ਲੇਖ ਪੁਆਇੰਟ ਬਣਾ ਕੇ ਕਰਨਾ ਹੈ। ਜਿਹੜਾ ਤੁਹਾਡਾ ਪੇਪਰ ਵਿੱਚ ਲੇਖ ਆਏਗਾ 10 ਨੰਬਰ ਦਾ, 2 ਨੰਬਰ ਤੁਹਾਡੇ ਹੈਡਿੰਗ ਦੇ ਭੂਮਿਕਾ ਦੇ ਹਨ, 2 ਨੰਬਰ ਤੁਹਾਡੇ ਸਾਰਾਂਸ਼ ਦੇ ਹਨ ਜਿਹੜਾ ਕਿ ਅੰਤਿਮ ਹੋਏਗਾ। ਉਸ ਤੋਂ ਜਿੰਨੇ ਵੀ ਜਿਹੜੇ ਵਿੱਚ ਪੁਆਇੰਟ ਹਨ ਉਹ ਤੁਹਾਡਾ ਹੈ 6 ਨੰਬਰ ਦਾ। ਅਤੇ ਤੁਸੀਂ ਕੋਈ ਵੀ ਬੱਚਾ ਲੇਖ ਸਿੱਧੇ ਪੈਰਾਗ੍ਰਾਫ ਵਿੱਚ ਨਹੀਂ ਲਿਖੇਗਾ। ਤੁਸੀਂ ਪੁਆਇੰਟ ਲਿਖ ਕੇ ਉਸ ਨੂੰ ਤੁਸੀਂ ਐਕਸਪਲੇਨ ਕਰਨਾ ਹੈ। ਪਹਿਲਾਂ ਪੁਆਇੰਟ ਲਿਖੋਗੇ, ਫਿਰ ਉਸ ਨੂੰ ਤੁਸੀਂ ਉਸ ਦੇ ਬਾਰੇ ਤੁਸੀਂ ਚਰਚਾ ਕਰਨੀ ਹੈ। ਸਭ ਤੋਂ ਪਹਿਲਾਂ ਹੈ ਬੱਚੋ ਜਾਣ ਪਛਾਣ। ਸਾਡਾ ਜੀਵਨ ਮਿੱਠੀਆਂ ਅਤੇ ਕੌੜੀਆਂ ਯਾਦਾਂ ਦਾ ਇਕੱਠ ਹੈ। ਕਈ ਵਾਰ ਛੋਟੀਆਂ ਗੱਲਾਂ ਸਾਨੂੰ ਵੱਡੀਆਂ ਖੁਸ਼ੀਆਂ ਦਿੰਦੀਆਂ ਹਨ, ਪਰ ਕਈ ਵਾਰ ਛੋਟੀ ਜਿਹੀ ਪਰੇਸ਼ਾਨੀ ਸਾਡੇ ਜੀਵਨ ਵਿੱਚ ਨਿਰਾਸ਼ਾ ਤੇ ਉਦਾਸੀ ਭਰ ਦਿੰਦੀ ਹੈ। ਪਰ ਜ਼ਿੰਦਗੀ 'ਚ ਹੋਣ ਵਾਲੀਆਂ ਘਟਨਾਵਾਂ ਕਿਸੇ ਦੇ ਚਾਹੁਣ ਵਿੱਚ ਕਦੇ ਵੀ ਜਾਂ ਨਾ ਚਾਹੁਣ ਨਾਲ ਕਦੇ ਵੀ ਨਹੀਂ ਹੁੰਦੀਆਂ, ਕੋਈ ਸੰਬੰਧ ਨਹੀਂ ਰੱਖਦੀਆਂ। ਆਉਣ ਵਾਲਾ ਹਰ ਪਲ ਖੁਸ਼ੀ ਲੈ ਕੇ ਆਵੇਗਾ ਜਾਂ ਗਮ ਲੈ ਕੇ, ਇਸ ਬਾਰੇ ਕੋਈ ਵੀ ਨਹੀਂ ਦੱਸ ਸਕਦਾ। ਇਹ ਜ਼ਿੰਦਗੀ ਦਾ ਅਸੂਲ ਹਮੇਸ਼ਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਇਹ ਜ਼ਿੰਦਗੀ ਦਾ ਅਸੂਲ ਬੱਚੋ ਹਮੇਸ਼ਾ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ। ਜਾਣ ਪਛਾਣ। ਜਿਹੜਾ ਬੱਚੋ ਸਾਡਾ ਜੀਵਨ ਹੈ ਉਹ ਮਿੱਠੀਆਂ ਅਤੇ ਕੌੜੀਆਂ ਕੀ ਹੁੰਦੀਆਂ ਹਨ? ਕੋਈ ਯਾਦਾਂ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਹਨ ਅਤੇ ਕਈ ਯਾਦਾਂ ਸਾਨੂੰ ਚੰਗੀਆਂ ਨਹੀਂ ਲੱਗਦਾ। ਸਾਡਾ ਜੀਵਨ ਮਿੱਠੀਆਂ ਅਤੇ ਕੌੜੀਆਂ ਯਾਦਾਂ ਦਾ ਇਕੱਠ ਹੈ। ਕਈ ਵਾਰ ਛੋਟੀ ਗੱਲਾਂ ਸਾਨੂੰ ਵੱਡੀਆਂ ਖੁਸ਼ੀਆਂ ਦਿੰਦੀਆਂ ਹਨ, ਪਰ ਕਈ ਵਾਰ ਛੋਟੀ ਜਿਹੀ ਪਰੇਸ਼ਾਨੀ ਸਾਡੇ ਜੀਵਨ ਵਿੱਚ ਨਿਰਾਸ਼ਾ ਤੇ ਉਦਾਸੀ ਭਰ ਦਿੰਦੀ ਹੈ। ਪਰ ਜ਼ਿੰਦਗੀ 'ਚ ਹੋਣ ਵਾਲੀਆਂ ਘਟਨਾਵਾਂ ਕਿਸੇ ਦੇ ਚਾਹੁਣ ਨਾਲ
ਨਹੀਂ ਹੁੰਦੀਆਂ। ਕਦੀ ਮਨੁੱਖ ਦੇ ਜੀਵਨ ਵਿੱਚ ਖੁਸ਼ੀ ਅਤੇ ਕਦੀ ਕਮੀ ਆਉਂਦੀ ਰਹਿੰਦੀ ਹੈ ਅਤੇ ਇਹ ਜ਼ਿੰਦਗੀ ਦਾ ਅਸੂਲ ਹਮੇਸ਼ਾ ਚੱਲਦਾ ਰਹਿੰਦਾ ਹੈ। ਅਗਲਾ ਹੈ ਬੱਚੋ ਸੁਖਦ ਘਟਨਾ ਦੀ ਖੁਸ਼ੀ। ਦੂਜਾ ਪੁਆਇੰਟ ਕੀ ਹੈ? ਸੁਖਦ ਘਟਨਾ ਦੀ ਖੁਸ਼ੀ। ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਸਨ। ਪਿਤਾ ਜੀ ਨੇ ਦੱਸਿਆ ਕਿ ਇਸ ਵਾਰ ਅਸੀਂ ਛੁੱਟੀਆਂ ਬਿਤਾਉਣ ਕਸ਼ਮੀਰ ਜਾਵਾਂਗੇ। ਪਿਤਾ ਜੀ ਨੇ ਕੀ ਦੱਸਿਆ ਕਿ ਇਸ ਵਾਰ ਅਸੀਂ ਛੁੱਟੀਆਂ ਬਿਤਾਉਣ ਕਸ਼ਮੀਰ ਜਾਵਾਂਗੇ। ਇਹ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ। ਮੈਂ ਹਮੇਸ਼ਾ ਹੀ ਪਰਿਵਾਰ ਨਾਲ ਕਿਸੇ ਪਹਾੜੀ ਇਲਾਕੇ ਵਿੱਚ ਜਾਣਾ ਚਾਹੁੰਦਾ ਸਾਂ, ਘੁੰਮਣਾ ਚਾਹੁੰਦਾ ਸਾਂ, ਪਰ ਮੇਰੀ ਬੜੀ ਪੁਰਾਣੀ ਰੀਝ ਇੱਕਦਮ ਪੂਰੀ ਹੋਈ ਅਤੇ ਮੈਨੂੰ ਬੜਾ ਚਾਅ ਸੀ। ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਸਨ। ਤੁਸੀਂ ਲਿਖ ਸਕਦੇ ਹੋ, ਤੁਹਾਡੇ ਪਿਤਾ ਜੀ, ਮਾਮਾ ਜੀ, ਮਾਸੀ, ਕਿਸੇ ਦਾ ਵੀ ਨਾਮ ਲਿਖ ਸਕਦੇ ਹੋ ਕਿ ਇਸ ਵਾਰ ਅਸੀਂ ਛੁੱਟੀਆਂ ਬਿਤਾਉਣ ਲਈ ਕਸ਼ਮੀਰ ਦਾ ਪ੍ਰੋਗਰਾਮ ਬਣਾਇਆ। ਅਤੇ ਇਹ ਸੁਣ ਕੇ ਮੇਰੀ ਖੁਸ਼ੀ ਦਾ ਠਿਕਾਣਾ ਨਾ ਰਿਹਾ, ਕਿਉਂਕਿ ਮੈਂ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਪਹਾੜੀ ਇਲਾਕੇ 'ਤੇ ਜਾਣਾ ਚਾਹੁੰਦਾ ਸਾਂ। ਮੇਰੀ ਬੜੀ ਪੁਰਾਣੀ ਰੀਝ ਇੱਕਦਮ ਪੂਰੀ ਹੋਈ ਅਤੇ ਮੈਨੂੰ ਬੜਾ ਚਾਅ ਚੜ੍ਹਿਆ। ਉਸ ਤੋਂ ਬਾਅਦ ਬੱਚੋ ਅਸੀਂ ਜਦੋਂ ਵੀ ਕਿੱਥੇ ਜਾਣਾ ਹੋਵੇ, ਸਭ ਤੋਂ ਪਹਿਲੇ ਅਸੀਂ ਕੀ ਕਰਨੇ ਆ? ਸਫ਼ਰ ਦੀ ਜਾਣ 'ਤੇ ਤਿਆਰੀ। ਸਫ਼ਰ 'ਤੇ ਜਾਣ ਦੀ ਤਿਆਰੀ। ਅਸੀਂ ਕਿਤੇ ਵੀ ਜਾਣਾ ਹੈ, ਕਦੀ ਅਸੀਂ ਵਿਆਹ ਸ਼ਾਦੀ 'ਤੇ ਜਾਂਦੇ ਹਾਂ, ਕਦੀ ਕਿੱਥੇ ਜਾਂਦੇ ਹਾਂ, ਉਸ ਦੇ ਹਿਸਾਬ ਦੇ ਨਾਲ ਅਸੀਂ ਕੱਪੜੇ ਲੈ ਕੇ ਜਾਂਦੇ ਹਾਂ। ਇਸ ਦੇ ਨਾਲ ਜਿਵੇਂ ਮੌਸਮ ਹੈ ਉਸ ਦੇ ਨਾਲ ਸਾਨੂੰ ਆਪਣੇ ਕੱਪੜੇ ਲੈਣੇ ਚਾਹੀਦੇ। ਮਾਤਾ ਜੀ ਨੇ ਕੁਝ ਦਿਨ ਪਹਿਲਾਂ ਹੀ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਸਾਡੇ ਸ਼ਹਿਰ ਵਿੱਚ ਤਾਂ ਗਰਮੀ ਸੀ, ਪਰ ਕਸ਼ਮੀਰ ਵਿੱਚ ਕਾਫੀ ਸਰਦੀ ਸੀ, ਇਸ ਲਈ ਗਰਮ ਕੱਪੜੇ ਨਾਲ ਲਿਜਾਣੇ ਜ਼ਰੂਰੀ ਸਨ। ਮਾਤਾ ਜੀ ਨੇ ਗਰਮ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਇਕੱਠਾ ਕਰਕੇ ਬੈਗਾਂ ਵਿੱਚ ਰੱਖ ਲਿਆ, ਕਿਉਂਕਿ ਬੱਚੋ ਜਦੋਂ ਵੀ ਅਸੀਂ ਸਫ਼ਰ 'ਤੇ ਜਾਣਾ ਹੋਵੇ, ਕਿਤੇ ਵੀ ਜਾਣਾ ਹੋਵੇ, ਕਈ ਦਿਨ ਪਹਿਲਾਂ ਅਸੀਂ ਤਿਆਰੀ ਸ਼ੁਰੂ ਕਰ ਦਿੰਦੇ ਹਾਂ। ਅਤੇ ਮਾਤਾ ਜੀ ਨੇ ਕੁਝ ਦਿਨ ਪਹਿਲਾਂ ਹੀ ਜਾਣ ਲਈ ਤਿਆਰੀ ਸ਼ੁਰੂ ਕਰ ਦਿੱਤੀ। ਸਾਡੇ ਸ਼ਹਿਰ ਵਿੱਚ ਤਾਂ ਗਰਮੀ ਸੀ, ਪਰ ਕਸ਼ਮੀਰ ਵਿੱਚ ਬੜੀ ਠੰਡ ਪੈਂਦੀ ਹੈ, ਕਾਫੀ ਸਰਦੀ ਸੀ, ਇਸ ਲਈ ਮਾਤਾ ਜੀ ਨੇ ਗਰਮ ਕੱਪੜੇ ਕੱਢ ਕੇ ਗਰਮ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਇਕੱਠਾ ਕਰਕੇ ਬੈਗਾਂ ਵਿੱਚ ਰੱਖ ਲਿਆ। ਰੇਲ ਅਤੇ ਬੱਸਾਂ ਦੀ ਯਾਤਰਾ ਦਾ ਆਨੰਦ। ਹੁਣ ਜਦੋਂ ਕੋਈ ਘੁੰਮਣ ਜਾਂਦਾ, ਕੋਈ ਰੇਲ ਗੱਡੀ 'ਤੇ ਜਾਂਦਾ, ਕੋਈ ਬੱਸ 'ਤੇ ਜਾਂਦਾ, ਕੋਈ ਆਪਣੀ ਸਵਾਰੀ ਕਰਕੇ, ਕੋਈ ਆਪਣੀ ਗੱਡੀ 'ਤੇ ਜਾਂਦਾ, ਜਿਵੇਂ ਜਿਸ ਨੂੰ ਠੀਕ ਲੱਗਦਾ ਹੈ ਉਹ ਜਾਂਦਾ ਹੈ। ਤੁਸੀਂ ਵੀ ਆਪਣੀ ਇਹ ਕਸ਼ਮੀਰ ਦੀ ਸੈਰ ਕਿਸ ਤਰ੍ਹਾਂ ਕਰਨੀ ਹੈ ਉਸ ਬਾਰੇ ਤੁਸੀਂ ਲਿਖ ਸਕਦੇ ਹੋ। ਜਲਦੀ ਹੀ ਛੁੱਟੀਆਂ ਸ਼ੁਰੂ ਹੋ ਗਈਆਂ ਅਤੇ ਅਸੀਂ ਸਵੇਰੇ ਤੜਕੇ ਰੇਲ ਗੱਡੀ 'ਚ ਬੈਠ ਕੇ ਜੰਮੂ ਪਹੁੰਚੇ। ਅੱਗੇ ਦਾ ਸਫ਼ਰ ਅਸੀਂ ਬੱਸ ਦੁਆਰਾ ਕਰਨਾ ਤੈਅ ਕੀਤਾ। ਜੰਮੂ ਦੇ ਬੱਸ ਠੀਕ ਅਸੀਂ ਕੁਦਰਤ ਦੇ ਉਹ ਨਜ਼ਾਰੇ ਦੇਖੇ ਜੋ ਅਸੀਂ ਕੇਵਲ ਟੈਲੀਵਿਜ਼ਨ ਵਿੱਚ ਹੀ ਦੇਖਦੇ ਹਾਂ। ਹਲਕੀ ਹਲਕੀ ਧੁੱਪ ਸੀ, ਪਰ ਠੰਡੀ ਹਵਾ ਨੇ ਮੌਸਮ ਨੂੰ ਬੜਾ ਖੁਸ਼ਗਵਾਰ ਬਣਾ ਦਿੱਤਾ ਸੀ। ਅਸੀਂ ਦੁਪਹਿਰੀ 4 ਵਜੇ ਕਰੀਬ ਕਸ਼ਮੀਰ ਪਹੁੰਚ ਗਏ। ਕਸ਼ਮੀਰ ਪਹੁੰਚ ਕੇ ਪਤਾ ਚੱਲਿਆ ਕਿ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਉਂ ਕਿਹਾ ਜਾਂਦਾ ਹੈ। ਮੈਂ ਤਾਂ ਬਸ ਸੁੰਦਰ ਪਹਾੜੀਆਂ ਦੇਖ ਕੇ ਧਨ ਹੋ ਗਿਆ। ਰੇਲ ਅਤੇ ਬੱਸਾਂ ਦੀ ਯਾਤਰਾ ਦਾ ਆਨੰਦ। ਜਲਦ ਹੀ ਛੁੱਟੀਆਂ ਸ਼ੁਰੂ ਹੋ ਗਈਆਂ ਅਤੇ ਅਸੀਂ ਸਵੇਰੇ ਤੜਕੇ ਰੇਲ ਗੱਡੀ 'ਤੇ ਬਹਿ ਕੇ ਜੰਮੂ ਪਹੁੰਚੇ। ਅੱਗੇ ਦਾ ਸਫ਼ਰ ਅਸੀਂ ਬੱਸ ਰਾਹੀਂ ਕਰਨਾ ਸੀ। ਜੰਮੂ ਤੋਂ ਬੱਸ ਲੈ ਕੇ ਅਸੀਂ ਕੁਦਰਤ ਦੇ ਉਹ ਨਜ਼ਾਰੇ ਵੇਖੇ ਜਿਹੜੇ ਅਸੀਂ ਕੇਵਲ ਟੈਲੀਵਿਜ਼ਨ ਵਿੱਚ ਵੇਖਦੇ ਸਾਂ। ਹਲਕੀ ਫੁਲਕੀ ਧੁੱਪ ਸੀ, ਪਰ ਠੰਡੀ ਹਵਾ ਨੇ ਮੌਸਮ ਨੂੰ ਬੜਾ ਖੁਸ਼ਗਵਾਰ ਬਣਾ ਦਿੱਤਾ। ਅਸੀਂ ਦੁਪਹਿਰੇ 4 ਵਜੇ ਕਸ਼ਮੀਰ ਪਹੁੰਚ ਗਏ। ਕਸ਼ਮੀਰ ਪਹੁੰਚ ਕੇ ਮੈਨੂੰ ਪਤਾ ਚੱਲਿਆ ਕਿ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਉਂ ਕਿਹਾ ਜਾਂਦਾ ਹੈ। ਸੁੰਦਰ ਪਹਾੜੀਆਂ ਦੇਖ ਕੇ ਮੈਂ ਧਨ ਹੋ ਗਿਆ। ਸੁੰਦਰ ਪਹਾੜੀਆਂ ਦੇਖ ਕੇ ਮੈਨੂੰ ਬੜੀ ਖੁਸ਼ੀ ਮਿਲੀ। ਅਗਲਾ ਪੁਆਇੰਟ ਹੈ ਬੱਚੋ, ਸ਼ਿਕਾਰੇ ਵਿੱਚ ਆਰਾਮ ਕਰਨਾ। ਸ਼ਿਕਾਰੇ ਵਿੱਚ ਆਰਾਮ ਕਰਨਾ। ਪਿਤਾ ਜੀ ਨੇ ਸਾਨੂੰ ਬਿਨਾਂ ਦੱਸੇ ਹੀ
ਰਹਿਣ ਵਾਸਤੇ ਇੱਕ ਸ਼ਿਕਾਰਾ ਬੁੱਕ ਕਰ ਲਿਆ ਸੀ। ਪਾਣੀ 'ਚ ਤੈਰਦਾ ਹੋਇਆ ਘਰ, ਜਿਸ ਨੂੰ ਸ਼ਿਕਾਰਾ ਕਿਹਾ ਜਾਂਦਾ ਹੈ, ਇਹ ਬੜਾ ਹੀ ਅਨੋਖਾ ਅਤੇ ਆਰਾਮਦਾਇਕ ਕਿਸ਼ਤੀਨੁਮਾ ਘਰ ਸੀ। ਇੱਥੇ ਸਾਨੂੰ ਕਈ ਤਰ੍ਹਾਂ ਦੇ ਕਸ਼ਮੀਰੀ ਖਾਣੇ ਖਾਣ ਨੂੰ ਮਿਲੇ। ਖਾਣਾ ਬੜਾ ਹੀ ਲਜ਼ੀਜ਼ ਸੀ। ਮੈਂ ਇਸ ਤਰ੍ਹਾਂ ਦੇ ਪਕਵਾਨ ਕਦੇ ਨਹੀਂ ਸੀ ਖਾਧੇ। ਖਾਣੇ ਤੋਂ ਬਾਅਦ ਅਸੀਂ ਆਰਾਮ ਕੀਤਾ। ਇੰਨਾ ਸ਼ਾਂਤ ਮਾਹੌਲ ਸੀ ਕਿ ਕੁਝ ਦੇਰ ਆਰਾਮ ਕਰਨ ਨਾਲ ਸਾਡੀ ਸਾਰੀ ਥਕਾਨ ਮਿਟ ਗਈ। ਸ਼ਿਕਾਰੇ ਵਿੱਚ ਆਰਾਮ ਕਰਨਾ। ਪਿਤਾ ਜੀ ਨੇ ਸਾਨੂੰ ਬਿਨਾਂ ਦੱਸੇ ਹੀ ਰਹਿਣ ਲਈ, ਆਰਾਮ ਕਰਨ ਲਈ ਸ਼ਿਕਾਰੇ ਦਾ ਇੰਤਜ਼ਾਮ ਕੀਤਾ ਸੀ। ਪਾਣੀ 'ਚ ਤੈਰਦਾ ਹੋਇਆ ਘਰ, ਉਹ ਲੱਕੜੀ ਦਾ ਬਣਿਆ ਹੁੰਦਾ ਅਤੇ ਉਸ ਨੂੰ ਕੀ ਆਖਦੇ ਹਨ? ਸ਼ਿਕਾਰਾ ਕਿਹਾ ਜਾਂਦਾ ਹੈ। ਇਹ ਬੜਾ ਅਨੋਖਾ ਅਤੇ ਆਰਾਮਦਾਇਕ ਕਿਸ਼ਤੀਨੁਮਾ, ਕਿਸ਼ਤੀ ਵਿੱਚ ਬੜਾ ਬਣਿਆ ਹੋਇਆ ਇੱਕ ਘਰ ਹੈ। ਇੱਥੇ ਸਾਨੂੰ ਕਈ ਤਰ੍ਹਾਂ ਦੇ ਕਸ਼ਮੀਰੀ ਖਾਣ ਪੀਣ ਨੂੰ ਮਿਲੇ। ਖਾਣਾ ਬੜਾ ਹੀ ਸਵਾਦਿਸ਼ਟ ਸੀ, ਬੜਾ ਹੀ ਲਜ਼ੀਜ਼ ਸੀ। ਮੈਂ ਇਸ ਤਰ੍ਹਾਂ ਦੇ ਪਕਵਾਨ ਕਦੇ ਵੀ ਨਹੀਂ ਖਾਧੇ ਸਨ। ਖਾਣੇ ਤੋਂ ਬਾਅਦ ਅਸੀਂ ਆਰਾਮ ਕੀਤਾ। ਇੰਨਾ ਸ਼ਾਂਤ ਮਾਹੌਲ ਸੀ ਕਿ ਕੁਝ ਦੇਰ ਆਰਾਮ ਕਰਨ ਨਾਲ ਸਾਡੀ ਸਾਰੀ ਥਕਾਨ ਮਿਟ ਗਈ। ਉਸ ਤੋਂ ਬਾਅਦ ਹੈ ਬੱਚੋ ਬਰਫੀਲੀਆਂ ਖੇਡਾਂ ਤੇ ਡਲ ਝੀਲ ਦਾ ਨਜ਼ਾਰਾ। ਬਰਫੀਲੀਆਂ ਖੇਡਾਂ। ਅਗਲੇ ਦਿਨ ਸਵੇਰੇ ਅਸੀਂ ਬਰਫੀਲੀਆਂ ਖੇਡਾਂ ਦਾ ਆਨੰਦ ਮਾਣਨਾ ਸ਼ੁਰੂ ਕਰ ਦਿੱਤਾ, ਨਜ਼ਾਰਾ ਲਿੱਤਾ। ਇੱਥੇ ਸਖਤ ਠੰਡ ਸੀ, ਬੜੀ ਠੰਡ ਸੀ, ਪਰ ਖੇਡਾਂ ਦੇ ਦੌਰਾਨ ਸਾਨੂੰ ਸਰਦੀ ਨਹੀਂ ਸੀ ਲੱਗ ਰਹੀ। ਮੈਂ ਤੇ ਮੇਰੀ ਭੈਣ ਨੂੰ ਬਰਫ਼ ਦੇ ਗੋਲੇ ਇੱਕ ਦੂਸਰੇ ਨੂੰ ਮਾਰਨੇ ਸ਼ੁਰੂ ਕਰ ਦਿੱਤੇ। ਇਹ ਸਭ ਬੜਾ ਹੀ ਮਜ਼ੇਦਾਰ ਸੀ। ਪੂਰਾ ਦਿਨ ਅਸੀਂ ਇੱਥੇ ਹੀ ਬਿਤਾਇਆ ਅਤੇ ਸ਼ਾਮ ਢਲਣ 'ਤੇ ਅਸੀਂ ਵਾਪਸ ਸ਼ਿਕਾਰੇ 'ਤੇ ਪਹੁੰਚੇ। ਲਜ਼ੀਜ਼ ਖਾਣੇ ਸਾਡੇ ਜੀਵਨ ਦਾ ਪਹਿਲਾ ਹੀ ਤਿਆਰ ਸਨ। ਲਜ਼ੀਜ਼ ਖਾਣਾ, ਲਜ਼ੀਜ਼ ਕੀ ਹੁੰਦਾ? ਸਵਾਦਿਸ਼ਟ ਖਾਣਾ ਸਾਡੇ ਜਾਣ ਤੋਂ ਪਹਿਲੇ ਹੀ ਤਿਆਰ ਸੀ। ਅਸੀਂ ਖਾਣੇ ਦਾ ਆਨੰਦ ਮਾਣਿਆ ਤੇ ਫਿਰ ਆਰਾਮ ਕੀਤਾ। ਅਗਲੇ ਦਿਨ ਅਸੀਂ ਡਲ ਝੀਲ ਲਈ ਪਹੁੰਚੇ। ਇਸ ਦੀ ਖੂਬਸੂਰਤੀ ਦੇਖਦਿਆਂ ਹੀ ਬਣਦੀ ਸੀ। ਕਸ਼ਮੀਰ ਦੀ ਹਰੇਕ ਚੀਜ਼ ਇੰਨੀ ਦਿਲ ਖਿੱਚਵੀਂ ਹੈ ਕਿ ਬਿਆਨ ਨਹੀਂ ਕੀਤੀ ਜਾਂਦੀ। ਅਗਲੇ ਦਿਨ ਸਵੇਰੇ ਅਸੀਂ ਬਰਫੀਲੀਆਂ ਖੇਡਾਂ ਖੇਡੀਆਂ। ਇੱਥੇ ਬੜੀ ਠੰਡ ਸੀ, ਸਖਤ ਠੰਡ ਸੀ, ਪਰ ਖੇਡਾਂ ਦੇ ਦੌਰਾਨ ਸਾਨੂੰ ਠੰਡ ਨਹੀਂ ਲੱਗ ਰਹੀ ਸੀ। ਮੈਂ ਤੇ ਮੇਰੀ ਭੈਣ ਨੇ ਬਰਫ਼ ਦੇ ਗੋਲੇ ਇੱਕ ਦੂਜੇ ਨੂੰ ਮਾਰਨੇ ਸ਼ੁਰੂ ਕੀਤੇ। ਇਹ ਸਭ ਬੜਾ ਹੀ ਮਜ਼ੇਦਾਰ ਸੀ। ਪੂਰਾ ਦਿਨ ਅਸੀਂ ਇੱਥੇ ਹੀ ਬਿਤਾਇਆ ਅਤੇ ਸ਼ਾਮ ਢਲਣ 'ਤੇ ਅਸੀਂ ਵਾਪਸ ਸ਼ਿਕਾਰੇ 'ਤੇ ਪਹੁੰਚ ਗਏ। ਲਜ਼ੀਜ਼ ਸਵਾਦਿਸ਼ਟ ਖਾਣਾ ਸਾਡੇ ਜਾਣ ਤੋਂ ਪਹਿਲਾਂ ਹੀ ਤਿਆਰ ਸੀ। ਅਸੀਂ ਖਾਣਾ ਖਾਧਾ, ਆਰਾਮ ਕੀਤਾ ਤੇ ਅਗਲੇ ਦਿਨ ਸਵੇਰੇ ਅਸੀਂ ਡਲ ਝੀਲ ਵੀ ਬੱਚੋ ਬੜੀ ਹੀ ਸੁੰਦਰ ਝੀਲ ਹੈ, ਬੜੀ ਸ਼ਾਂਤਮਈ, ਚਾਰੋਂ ਤਰਫ ਹਰਿਆਲੀ। ਇਸ ਝੀਲ ਦਾ ਜਿਹੜਾ ਦ੍ਰਿਸ਼ ਹੈ ਉਹ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਕਸ਼ਮੀਰ ਦੀ ਹਰੇਕ ਚੀਜ਼ ਇੰਨੀ ਦਿਲ ਖਿੱਚਵੀਂ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਹੈ ਬੱਚੋ ਘਰ ਵਾਪਸੀ। 5 ਦਿਨ ਅਸੀਂ ਕਸ਼ਮੀਰ ਬੜਾ ਹੀ ਆਨੰਦ ਲਿਆ, ਪਰ ਮੇਰਾ ਤਾਂ ਇੱਥੋਂ ਵਾਪਸ ਜਾਣ ਦਾ ਮਨ ਨਹੀਂ ਕਰ ਰਿਹਾ ਸੀ। ਪਰ ਪਿਤਾ ਜੀ ਨੇ ਆਪਣੇ ਦਫ਼ਤਰ ਪਹੁੰਚਣਾ ਵੀ ਜ਼ਰੂਰੀ ਸੀ। ਅਸੀਂ ਆਪਣਾ ਸਮਾਨ ਇਕੱਠਾ ਕੀਤਾ ਤੇ ਵਾਪਸੀ ਲਈ ਰਵਾਨਾ ਹੋਏ। ਇਹ ਇੱਕ ਅਜਿਹੀ ਘਟਨਾ ਹੈ ਜੋ ਘਟੀ ਤਾਂ ਅਚਾਨਕ, ਪਰ ਸਾਡੇ ਮਨ ਵਿੱਚ ਇਸ ਦਾ ਬੜਾ ਹੀ ਘਰ ਕਰ ਗਈ। ਮੈਂ ਇਸ ਨੂੰ ਕਦੇ ਵੀ ਭੁੱਲ ਨਹੀਂ ਸਕਾਂਗਾ। ਮੈਂ ਹੋਰ ਵੀ ਕਈ ਜਗ੍ਹਾ 'ਤੇ ਜਾ ਚੁੱਕਾ ਹਾਂ, ਪਰ ਕਸ਼ਮੀਰ ਦੀ ਸੈਰ ਮੈਨੂੰ ਅੱਜ ਸਭ ਤੋਂ ਵੱਡੀ ਵੱਖ ਲੱਗਦੀ ਹੈ। ਰੱਬ ਅੱਗੇ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਸੁਖਦ ਘਟਨਾਵਾਂ ਹਰ ਕਿਸੇ ਦੇ ਜੀਵਨ ਵਿੱਚ ਘਟਦੀਆਂ ਰਹਿਣ। ਘਰ ਵਾਪਸੀ। 5 ਦਿਨ ਕਸ਼ਮੀਰ ਰਹਿਣ ਤੋਂ ਬਾਅਦ ਅਸੀਂ ਘਰ ਵਾਪਸੀ ਆਉਣਾ ਸੀ। ਇੱਥੇ ਤਾਂ ਮੇਰਾ ਇੰਨਾ ਮਨ ਲੱਗ ਗਿਆ ਕਿ ਮੇਰਾ ਘਰ ਜਾਣ ਨੂੰ ਵਾਪਸੀ ਮਨ ਨਹੀਂ ਕਰ ਰਿਹਾ ਸੀ, ਪਰ ਪਿਤਾ ਜੀ ਨੇ ਦਫ਼ਤਰ ਨੂੰ ਵੀ ਜਾਣਾ ਸੀ। ਅਸੀਂ ਆਪਣਾ ਸਮਾਨ ਇਕੱਠਾ ਕੀਤਾ ਤੇ ਵਾਪਸੀ ਲਈ ਰਵਾਨਾ ਹੋਏ। ਇਹ ਇੱਕ ਅਜਿਹੀ ਘਟਨਾ ਹੈ
ਜੋ ਘਟੀ ਤਾਂ ਅਚਾਨਕ ਸੀ, ਪਰ ਮੇਰੇ ਮਨ ਦੇ ਵਿੱਚ ਇਸ ਦਾ ਇੱਕ ਘਰ ਕਰ ਗਈ। ਮੈਂ ਇਸ ਨੂੰ ਕਦੇ ਵੀ ਨਹੀਂ ਭੁੱਲ ਸਕਦਾ। ਮੈਂ ਹੋਰ ਵੀ ਕਈ ਜਗ੍ਹਾ 'ਤੇ ਗਿਆ ਹਾਂ, ਪਰ ਇਹ ਕਸ਼ਮੀਰ ਦੀ ਸੈਰ ਮੈਨੂੰ ਸਭ ਤੋਂ ਵੱਖ ਲੱਗਦੀ ਹੈ। ਰੱਬ ਅੱਗੇ ਇਹ ਅਰਦਾਸ ਹੈ ਕਿ ਇਸ ਤਰ੍ਹਾਂ ਦੀਆਂ ਸੁਖਦ ਘਟਨਾਵਾਂ ਹਰ ਇੱਕ ਮਨੁੱਖ ਦੇ ਜੀਵਨ ਵਿੱਚ ਘਟਦੀਆਂ ਰਹਿਣ। ਇਹ ਸੀ ਬੱਚੋ ਲੇਖ ਮੇਰੇ ਜੀਵਨ ਦੀ ਸੁਖਦ ਘਟਨਾ ਕਸ਼ਮੀਰ ਦੀ ਸੈਰ। ਸਭ ਤੋਂ ਪਹਿਲਾ ਪੁਆਇੰਟ ਹੈ ਬੱਚੋ ਜਾਣ ਪਛਾਣ। ਉਸ ਤੋਂ ਅਗਲਾ ਪੁਆਇੰਟ ਹੈ ਸੁਖਦ ਘਟਨਾ ਦੀ ਖੁਸ਼ੀ, ਸਫ਼ਰ ਤੋਂ ਜਾਣ ਦੀ ਤਿਆਰੀ, ਰੇਲਾਂ ਅਤੇ ਬੱਸਾਂ ਦੇ ਸਫ਼ਰ ਦਾ ਆਨੰਦ ਮਾਣਨਾ, ਸ਼ਿਕਾਰੇ ਵਿੱਚ ਆਰਾਮ ਕਰਨਾ, ਬਰਫੀਲੀਆਂ ਖੇਡਾਂ ਅਤੇ ਡਲ ਝੀਲ ਦਾ ਨਜ਼ਾਰਾ ਅਤੇ ਘਰ ਵਾਪਸੀ। ਇਹ ਬੱਚੋ ਲੇਖ ਹੈ। ਤੁਸੀਂ ਲੇਖ ਹਮੇਸ਼ਾ ਪੁਆਇੰਟ ਬਣਾ ਕੇ ਉਸ ਨੂੰ ਐਕਸਪਲੇਨ ਕਰਨਾ ਹੈ। ਇਹ ਗੱਲ ਤੁਸੀਂ ਸਾਰੇ ਬੱਚੇ ਯਾਦ ਰੱਖੋਗੇ। ਅੱਜ ਦਾ ਸਾਡਾ ਇਹ ਲੇਖ ਸੀ ਕਸ਼ਮੀਰ ਦੀ ਸੁਖਦ ਘਟਨਾ।